डरो ਹੁਣ ਪਰਮੇਸ਼ਰ ਕਹਿ ਰਿਹਾ ਹੁਣ ਤੁਹਾਨੂੰ ਪਰਮੇਸ਼ਰ ਤੋਂ ਡਰਨਾ ਚਾਹੀਦਾ ਅਤੇ ਉਸ ਦੀ ਉਪਾਸਨਾ ਸਦਾਈ ਅਤੇ ਸੱਚਾਈ ਨਾਲ ਕਰੋ। ਹਾਲੇਲੂਇਆ। ਪਰਮੇਸ਼ਰ ਵੱਲ ਦੇਖਦੇ ਰਹੋ, ਤੱਕਦੇ ਰਹੋ ਕਿ ਉਸ ਦੀ ਉਪਾਸਨਾ ਸਦਾਈ ਅਤੇ ਸੱਚਾਈ ਦੇ ਨਾਲ ਕਰਦੇ ਰਹੋ ਅਤੇ ਉਹਨਾਂ ਦੇਵਤਿਆਂ ਨੂੰ ਜਿਨ੍ਹਾਂ ਦੀ ਉਪਾਸਨਾ ਤੁਹਾਡੇ ਪਿਓ ਦਾਦੇ ਦਰਿਆ ਪਾਰ ਅਤੇ ਮਿਸਰ ਵਿੱਚ ਕਰਦੇ ਸਨ ਕੱਢ ਦਿਓ ਹਾਂਜੀ ਅਤੇ ਯਹੋਵਾ ਦੀ ਉਪਾਸਨਾ ਕਰੋ। ਅਤੇ ਜੇ ਤੁਹਾਡੀ ਨਿਗਾਹ ਵਿੱਚ ਯਹੋਵਾ ਦੀ ਉਪਾਸਨਾ ਬੁਰੀ ਹੈ ਤਾਂ ਅੱਜ ਤੁਸੀਂ ਉਸ ਨੂੰ ਚੁਣ ਲਓ ਜਿਹਦੀ ਉਪਾਸਨਾ ਤੁਸੀਂ ਕਰੋਗੇ, ਭਾਵੇਂ ਉਹ ਦੇਵਤੇ ਜਿਨ੍ਹਾਂ ਦੀ ਤੁਹਾਡੇ ਪਿਓ ਦਾਦੇ ਜਦ ਉਹ ਦਰਿਆ ਪਾਰ ਸਨ ਉਪਾਸਨਾ ਕਰਦੇ ਸਨ, ਭਾਵੇਂ ਅਮੋਰੀਆਂ ਦੇ ਦੇਵਤਿਆਂ ਦੀ ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਵਸਦੇ ਹੋ, ਪਰ ਮੈਂ ਅਤੇ ਮੇਰਾ ਘਰਾਨਾ ਤਾਂ ਯਹੋਵਾ ਦੀ ਉਪਾਸਨਾ ਕਰਾਂਗੇ। ਹਾਲੇਲੂਇਆ ਹਾਲੇਲੂਇਆ। कहता बहुत सारे लोग चाहे जिस गल की मर्जी उपासना करें पर इस जगह ते यहोशुआ ये गल कर रहा कि मेरा ध्यान सिर्फ मेरे यहोवा परमेश्वर दे विच है। हालेलुया। मैं ते अपने परमेश्वर दी जेहड़ी सेवा आ सच्चाई अते सच्चाई दे नाल मेरी फैमिली जेहड़ी आ वो परमेश्वर दी की करांगे की सेवा करांगे। हालेलुया। मैं और मेरा घराना परमेश्वर दी की करांगे सेवा करांगे। संसार चाहे जो कुछ मर्जी करता है आ सानू की करना चाहिए इसी तरह करना चाहिए ना। हालेलुया। आ संसार में साडा ध्यान नहीं होना चाहिए क्योंकि परमेश्वर हमेशा ही बहुत सारी भीड़ ਨੂੰ ਛੱਡ ਕੇ बहुत सारे संसार ਨੂੰ ਛੱਡ ਕੇ बहुत सारी संसारिक ਗੱਲਾਂ ਨੂੰ ਛੱਡ ਕੇ परमेश्वर की ਕਰਿਆ ਜਾਂਦਾ ਸੀ ਅੱਗੇ ਵੱਧ ਜਾਂਦਾ ਸੀ। ਸਾਨੂੰ ਕੀ ਕਰਨਾ ਚਾਹੀਦਾ ਸਾਰੀਆਂ ਗੱਲਾਂ ਨੂੰ ਛੱਡ ਕੇ परमेश्वर ਦੇ ਵਿੱਚ ਸਭ ਤੋਂ ਅੱਗੇ ਵਧਣਾ ਚਾਹੀਦਾ ਤੇ परमेश्वर ਦੇ ਵੱਲ ਕੀ ਕਰਦੇ ਰਹਿਣਾ ਚਾਹੀਦਾ ਦੇਖਦੇ ਰਹਿਣਾ। हालेलुया हालेलुया। याद रखो इसलिए परमेश्वर ਦਾ वचन ਕਰ ਰਿਹਾ ਅੱਜ ਫਿਰ ਸਾਡੇ ਕੋਲ ਸਮਾਂ कि ਅਸੀਂ ਉਸ ਨੂੰ ਚੰਗੇ ਢੰਗ ਦੇ ਨਾਲ ਕੀ ਕਰ ਸਕੀਏ ਵੇਖ ਸਕੀਏ। ਉਤਪਤੀ तीसरा अध्याय ਅਸੀਂ 5 ਅਧਿਆਇ ਨੂੰ ਪੜਾਂਗੇ ਉਧਰ ਵਚਨ ਦੇ ਵਿੱਚੋਂ ਔਰ ਮੈਂ ਜਾਣਦਾ ਹਾਂ ਕਿ ਅਸੀਂ ਹਮੇਸ਼ਾ ਸਾਰੇ ਪਰਮੇਸ਼ਰ ਨੂੰ ਤੱਕਣ ਵਾਲੇ ਹਾਂ। ਯਹੋਸ਼ੂਆ ਨਬੀ ਦੀ ਕਿਤਾਬ 1 ਬਾਬ ਦੀ 8 ਆਇਤ ਦੇ ਵਿੱਚ ਲਿਖਿਆ ਨਾ ਖੱਬੇ ਤੇ ਨਾ ਸੱਜੇ ਤੂੰ ਸਿੱਧਾ ਆਪਣੇ ਯਹੋਵਾ ਪਰਮੇਸ਼ਰ ਵੱਲ ਤੱਕਦਾ ਰਹਿ। ਹਾਲੇਲੂਇਆ ਹਾਲੇਲੂਇਆ। ਇਸ ਲਈ ਸਾਨੂੰ ਅੱਜ ਪਰਮੇਸ਼ਰ ਵੱਲ ਵੇਖਣ ਦੀ ਕੀ ਆ ਲੋੜ ਆ। पढ़िए ਸਗੋਂ ਪਰਮੇਸ਼ਰ ਜਾਣਦਾ ਹੈ सगों परमेश्वर जानता है कि जिस दिन ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ ਜਾਣਗੀਆਂ। हालेलुया। याद रखो हुन परमेश्वर ने ਤੁਹਾਡੇ ਸਾਹਮਣੇ ਉੱਥੇ ਇੱਕ ਚਿੰਨ੍ਹ ਰੱਖਿਆ ਸੀ ਯਹੋਵਾ ਪਰਮੇਸ਼ਰ ਨੇ ਕਿ ਅਦਨ ਦੇ ਬਾਗ ਦੇ ਵਿਚਕਾਰ ਇੱਕ ਬ੍ਰਿਕਸ਼ ਰੱਖਿਆ ਗਿਆ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖਾਂ ਕੀ ਕਰ ਜਾਣਗੀਆਂ ਖੁੱਲ ਜਾਣਗੀਆਂ। ਪੜ੍ਹੀਏ ਅਤੇ ਤੁਸੀਂ ਪਰਮੇਸ਼ਰ ਵਾਰ ਭਲੇ ਬੁਰੇ ਦੀ ਸਿਆਣ ਹੋ ਜਾਓਗੇ ਅਤੇ ਭਲੇ ਬੁਰੇ ਦੀ ਸਿਆਣ ਦੀ ਪਹਿਚਾਨ ਦੇ ਵਿੱਚ ਹੋ ਜਾਓਗੇ। ਜਾਂ ਟੀਵੀ ਨੇ ਵੇਖਿਆ ਜਦੋਂ ਉਸ ਔਰਤ ਨੇ ਦੇਖਿਆ ਹਵਾ ਨੇ ਵੇਖਿਆ ਕਿ ਉਹ ਬ੍ਰਿਸ਼ ਖਾਣ ਲਈ ਚੰਗਾ ਹੈ ਉਹ ਬ੍ਰਿਕਸ਼ ਖਾਣ ਦੇ ਲਈ ਲੋੜਦਾ ਹੈ ਅਤੇ ਵਧੀਆ ਅਤੇ ਆਕਰਸ਼ਣ ਵਾਲਾ ਦਿਖਾਈ ਦਿੰਦਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਅੱਖੀਆਂ ਨੂੰ ਆਕਰਸ਼ਣ ਵਾਲਾ ਪਾਉਂਦਾ ਹੈ ਅਤੇ ਉਹ ਬ੍ਰਿਸ਼ ਬੁੱਧ ਦੇਣ ਲਈ ਲੋੜੀਂਦਾ ਹੈ। ਹਾਂਜੀ ਪੜ੍ਹੀਏ ਤਾਂ ਉਸ ਨੇ ਉਹਦੇ ਫਲ ਤੋਂ ਲਿਆ ਅਤੇ ਉਸਨੇ ਉਸਦੇ ਫਲ ਤੋਂ ਲਿਆ ਆਪ ਖਾਦਾ ਨਾਲੇ ਆਪਣੇ ਪਤੀ ਨੂੰ ਦਿੱਤਾ। ਯਾਦ ਰੱਖੋ ਇਸ ਤੋਂ ਪਹਿਲਾਂ ਕਿ ਸਾਰੀਆਂ ਗੱਲਾਂ ਉਸਦੇ ਮਾਈਂਡ ਦੇ ਅੰਦਰ ਆਉਣ ਇਹ ਗੱਲਾਂ ਉਸਨੂੰ ਕਿੱਥੋਂ ਆਈਆਂ। ਹਾਲੇਲੂਇਆ। ਇਹ ਗੱਲਾਂ ਉਸਨੇ ਕਿਸਨੇ ਦੱਸੀਆਂ ਉਸਨੂੰ। ਹਾਲੇਲੂਇਆ। याद रखो परमेश्वर ने कहा सी जिस दिन तुसी इस वृक्ष तो खाओगे उसी दिन तुसी की कर जाओगे मर। पर शैतान ने क्या आख्या लूसीफर ने उस दूत ने क्या आख्या जिसका ध्यान सिर्फ उन्होंने गलत करने में सीगा ते हुण चाहिदा की सीगा आदम ते हवा दा ध्यान जिहड़ा सीगा जिदा पिछले दिनां दे अंदर परमेश्वर दे विच सीगा उसे तरह ही उसका ध्यान जिहड़ा सीगा वो परमेश्वर दे विच होना चाहिदा सी। उन्होंने हमेशा परमेश्वर दी वेट करनी चाहिदी सी जिवें परमेश्वर रोज उन्होंने आवाज मारदा हुंदा सी हे आदम हे हवा हे आदम तू किथे है तो रोज उसको आवाज देते सन इसी परमेश्वर की आवाज सुन। हालेलुया। जिस तरह हाजिर रहते सन जिवें हर रोज यहोवा परमेश्वर तकदे सन उन्होंने सिर्फ उस नूं ही तकदे रहना चाहिए। और एक दिन उन्होंने परमेश्वर नूं छड्ड के हालेलुया हालेलुया ते किसी बाहरले दी गल सुनने की किसी पसंद है बाहरले नूं तकना शुरू किया। याद रखो असीं भी जदों अज फिर उस युद्ध भूमि दे उस मैदान दे विच याद रखो उस फील्ड दे विच जदों असीं परमेश्वर नूं छड्ड के होर किसे नूं देखना शुरू करांगे जदों असीं परमेश्वर नूं छड्ड के होर किसे रस्ते ते जाना शुरू करांगे तो याद रखो फिर हवा वाला ते आदम वाला की हो जाएगा हाल हो। खुदा तुहानूं बहुत सारी बरकत दे
लिखा उसने लूसीफर की गल सुनी, यहोवा तो अपना ध्यान परख किया, साइड ते किया, लांबे करके ते किथे चले गए, कष्टकाल दे विच चले। अज हवा किथे है? अज हवा बहुत कमजोर। हालेलुया। जिथे हवा नूं परमेश्वर ने आदम की पसली दे विचों बनाया सी, याद रखो आदम बड़ा मजबूत या ते दृढ़ है। हालेलुया। याद रखो पहले उसने आदम को बनाया सी और सब कुछ आदम के वश में कीता सी और हर एक चीज आदम के अधीन कीती सी। शेर, हाथी, कोई भी चीज जिहड़ी सी आदम तो खुंची हुई नहीं सी, और वही चीज आज आदम तो खुंची हुई है। आमीन। जिहड़ियां चीजां आदम तो डरदियां सन, आज आदम उस चीजां तो भी करता है, डरता, क्योंकि की पै गया, कमजोर पै गया। हालेलुया। क्यों? क्योंकि उसने परमेश्वर के वाल देखना बंद कर दिया। हालेलुया। आओ देखिए तमुथियुस की किताब 3 अध्याय, आओ देखिए आदम किधर ਨੂੰ देखता, किस तरह कमजोर करता है। आज साडा विषय यीशु ਨੂੰ देखना। पर ए जान साडे याद रखो हुण परमेश्वर दा वचन कह रहा कि हे मनुखो इन्हां गल्लां नूं जान छड्डो, भाई अंत दे दिनां विच भैड़े समय आ जाणगे, अंत दे दिनां दे विच भैड़े समय आ जाणगे, क्यों जो मनुख आप स्वार्थी माया। याद रखो हुण देखो आदम कितना कमजोर आ कि आदम अपने जीवन के लिए स्वार्थी हो जाएगा। हालेलुया। तो रखो पहले आदम को याद करो, उसने परमेश्वर के पीछे लगने की बजाय हवा के पीछे लगना पसंद किया। हालेलुया। याद रखो एक ते हवा ने पाप किया, पर वो हवा नूं की करता सी, प्यार करता सी। इसे करके उसने परमेश्वर की गल रद्द करके ते हवा की गल का भी किया मान, और वो हवा के पीछे चले ते की किया भला, आप फल खादा हवा ने ते नाले अपने पति नूं मार। की पति नूं नहीं पता कि परमेश्वर ने रोज कहना हुंदा सी इस अदन दे बाग दे विचकार जेड़ा वृक्ष आ इस तो नहीं खाना, जिस दिन खाओगे उस दिन की कर जाओगे, मार जाओगे। एडी बड़ी गल ते उसने की लई हल्के दे विच, उसने कितना लई गई हल्के दे विच। परमेश्वर की सिखाउंदा रहा, अज भी परमेश्वर सानू की सिखाउंदा है। हालेलुया। आज सानू की परमेश्वर सिखाउंदा है, मूर्ति पूजा नहीं कर। हालेलुया। अपने आप के रीति रिवाज नहीं करना, परमेश्वर के वचन तो बाहर नहीं जाना, झूठियां ते घमंडी गल्लां तो रहना दूर रहना। हालेलुया। याद रखो आज फिर मनुख के जीवन के अंदर वो सब कुछ पाया जाना, क्योंकि मनुख परमेश्वर के वचन को किया बड़ा दूर है। यीशु मसीह ने कहा सब दे सब की आओ तेरे नेड़े, कि सब नेड़े आते परमेश्वर के कदे नहीं, क्योंकि आज भी वो आदम उत्थे ही फंसया हुआ है। आप स्वार्थी हो, अपने स्वार्थ के लिए जी रहा हो, अपने आप नहीं जी रहा, जिवें आदम अपनी पत्नी नहीं जी रहा सी। हालेलुया। परमेश्वर के लिए जीना उसने कर दिता सी बंद कर, क्योंकि उसने हवा की मर्जी दे विच अपनी मर्जी नूं स्थिर किया ते परमेश्वर की मर्जी नूं कर दिता आकाश कर। पढ़िए, क्यों जो मनुख आप स्वार्थी, आदम आप स्वार्थी होवेगा, माया दे लोभी, माया का लोभी हो जाएगा, शेखीबाज हो जाएगा, हंकारी हो जाएगा, कुफर बकरन वाला हो जाएगा, मापिया दे अन आज्ञाकारी, मापिया दा अनाज्ञाकारी हो जाएगा, ना शुक्र हो जाएगा, अपवित्र हो जाएगा, निर्मोह ते पत्थर दिल हो जाएगा, पराई निंदा करने वाला हो जाएगा, नेकी दा वैरी हो जाएगा। देखो आदम डिगदा 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 किथे तक आगे डिगया। हालेलुया। उसका ध्यान हुण किथे हो गया, लोभ लालच वाले लोभ वाले। हालेलुया। ते सारियां गल्लां वल हो गया। याद रखो जदों शैतान ने उसनूं आख्या कि जिस दिन तुसीं अदन दे बाग दे विचकार जिहड़ा वृक्ष दा तुसीं खाओगे तुहाडीਆਂ ਅੱਖਾਂ ਖੁੱਲ ਜਾਣਗੀਆਂ। हालेलुया। ते तुसीं किहदे वर्गे होगे, परमेश्वर दे हो जाओगे। लालच आ गया ना मन दे अंदर। हालेलुया। परमेश्वर दे हो जाओगे।
ਤਾਂ ਯਾਦ ਰੱਖੋ ਲਾਲਚ ਆ ਗਿਆ ਮਨ ਦੇ ਅੰਦਰ ਕਿ ਉਹ ਅਸੀਂ ਤੇ ਬੜੇ ਵੱਡੇ ਬਣ ਜਾਵਾਂਗੇ। ਪਰ ਇਹ ਗੱਲ ਭੁੱਲ ਗਏ ਕਿ ਪਰਮੇਸ਼ਰ ਨੇ ਸਭ ਕੁਝ ਸਾਡੇ ਅਧੀਨ ਕੀਤਾ ਹੋਇਆ, ਬੜਾ ਵੱਡਾ ਅਧਿਕਾਰ ਦਿੱਤਾ ਹੋਇਆ। ਇੱਕ ਵੱਡੇ ਅਧਿਕਾਰ ਨੂੰ ਛੱਡ ਕੇ, ਹਾਲੇਲੂਇਆ, ਇੱਕ ਵੱਡੇ ਅਧਿਕਾਰ ਨੂੰ ਛੱਡ ਕੇ ਤੂੰ ਕਿੱਥੇ ਚਲੇ ਗਏ? ਅੰਗ ਕੋ ਹੋਰ ਨੂੰ ਕੀ ਕਰਤਾ ਉਹਨੇ ਕਹਿਣਾ, ਹਾਲੇਲੂਇਆ। ਅੱਜ ਫਿਰ ਦੇਖੋ, ਹੰਕਾਰੀ ਹੋ ਗਿਆ, ਕੁਫਰ ਬਕਣ ਵਾਲਾ ਹੋ ਗਿਆ, ਲਾਲਚੀ ਹੋ ਗਿਆ, ਸਵਾਰਥੀ ਹੋ ਗਿਆ ਆਦਮ। ਇਹਦਾ ਧਿਆਨ ਕਿੱਥੇ ਬਣਾ ਦਿੰਦਾ? ਇਹ ਸਾਰੀਆਂ ਚੀਜ਼ਾਂ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਜਿੰਨੇ ਮੈਨੂੰ ਤੱਕਦੇ ਨੇ ਉਹ ਕਦੇ ਕੀ ਹੋਣਗੇ? ਸ਼ਰਮਿੰਦੇ ਨਹੀਂ ਹੋਣ। ਆਮੀਨ, ਹਾਲੇਲੂਇਆ। ਅੱਜ ਕਿਹਦੇ ਵੱਲ ਤੱਕਦੇ ਰਹਿਣਾ ਚਾਹੀਦਾ? ਯਿਸੂ ਵੱਲ ਤੱਕਦੇ ਰਹਿਣਾ ਚਾਹੀਦਾ। ਮੈਂ ਤੇ ਮੇਰਾ ਘਰਾਣਾ ਪਰਮੇਸ਼ਰ ਦੀ ਕੀ ਕਰਾਂਗੇ? ਸੇਵਾ ਕਰਾਂਗੇ। ਸੰਸਾਰ ਚਾਹੇ ਜੋ ਕੁਝ ਮਰਜ਼ੀ ਕਰੇ। ਪ੍ਰਭੂ ਆਸ਼ੀਸ਼ ਦੇ ਪੜੀਏ। ਨਿਮਕ ਹਰਾਮ, ਨਮਕ ਹਰਾਮ, ਕਾਲੇ ਘਮੰਡੀ, ਕਾਲੇ ਘਮੰਡੀ, ਪਰਮੇਸ਼ਰ ਦੇ ਨਹੀਂ ਸੁਖੋ ਭੋਗ ਵਿਲਾਸ ਦੇ ਪ੍ਰੇਮੀ ਹੋਣਗੇ। हालेलुया। और उसी उत्पत्ति किताब 6 की पहली आयत में पढ़ांगे। ਤਾਂ ਉਹ ਹੋਇਆ ਜਦ ਆਦਮੀ ਜ਼ਮੀਨ ਉੱਤੇ ਵਧਣ ਲੱਗ ਪਏ। ਤਾਂ ਉਹ ਹੋਇਆ ਜਦੋਂ ਆਦਮੀ ਜ਼ਮੀਨ ਉੱਤੇ ਵਧਣ ਲੱਗ ਪਏ। ਪਰਮੇਸ਼ਰ ਦਾ ਵਚਨ ਕਹਿੰਦਾ ਔਰ ਉਹਨਾਂ ਤੋਂ ਧੀਆਂ ਜੰਮੀਆਂ ਅਤੇ ਉਹਨਾਂ ਤੋਂ ਬੱਚਿਆਂ ਨੇ ਜਨਮ ਲਏ। ਤਾਂ ਪਰਮੇਸ਼ਰ ਦੇ ਪੁੱਤਰਾਂ ਨੇ ਆਦਮੀ ਦੀਆਂ ਧੀਆਂ ਨੂੰ ਵੇਖਿਆ ਹਾਂਜੀ ਬਈ ਉਹ ਸੋਹਣੀਆਂ ਹਨ। ਤਦ ਉਹਨਾਂ ਨੇ ਆਪਣੇ ਲਈ ਸਾਰੀਆਂ ਚੁਣੀਆਂ ਹੋਈਆਂ ਵਿੱਚੋਂ ਤੀਵੀਆਂ ਕੀਤੀਆਂ ਆਪੋ ਆਪਣੀ ਮਰਜ਼ੀ। ਹਾਲੇਲੂਇਆ। ਇਹ ਆਦਮ ਤੋਂ ਲੈ ਕੇ ਤਾਂ ਯਾਦ ਰੱਖੋ ਹੁਣ ਤੱਕ ਲੌਦੀਕੇ ਕਾਲ ਤੱਕ ਆਪੋ ਆਪਣੀ ਕੀ ਹੋ ਰਹੀ ਆ? ਮਰਜ਼ੀ ਹੋ ਰਹੀ। ਅੱਜ ਤੱਕ ਉਹ ਗੱਲ ਮਿਟੀ ਨਹੀਂ। ਜੇ ਆਦਮ ਤੋਂ ਸ਼ੁਰੂ ਹੋਈ ਉਹ ਗੱਲ ਤੇ ਲੌਦੀਕੇ ਕਾਲ ਦੀ ਕਲੀਸਿਆ ਦਾ ਮਤਲਬ ਹੀ ਹੋਈ ਆ ਆਪੋ ਆਪਣੀ ਮਰਜ਼ੀ। ਹਾਲੇਲੂਇਆ। ਅੱਜ ਦੇਖੋ ਲੋਕ ਕਿੰਨਾ ਆਪੋ ਆਪਣੀ ਕੀ ਕਰ ਰਹੇ ਨੇ? ਮਰਜ਼ੀ ਕਰ ਰਹੇ ਨੇ। ਪਰਮੇਸ਼ਰ ਵੱਲ ਨਹੀਂ ਦੇਖ ਰਹੇ, ਪਰਮੇਸ਼ਰ ਦੇ ਵਚਨ ਵੱਲ ਨਹੀਂ ਦੇਖ ਰਹੇ, ਆਪੋ ਆਪਣੀ ਕੀ ਕਰੀ ਜਾ ਰਹੇ ਆ? ਮਰਜ਼ੀ ਕਰੀ ਜਾ ਰਹੇ। ਪਰਮੇਸ਼ਰ ਦਾ ਵਚਨ ਕਹਿੰਦਾ ਇਸ ਬਾਈਬਲ ਦੇ ਵਿੱਚੋਂ, ਇਸ ਪਵਿੱਤਰ ਸ਼ਾਸਤਰ ਦੇ ਵਿੱਚੋਂ ਨਾ ਇੱਕ ਬਿੰਦੀ ਘਟਾਉਣੀ ਤੇ ਨਾ ਇੱਕ ਬਿੰਦੀ ਵਧਾਉਣੀ। ਹਾਲੇਲੂਇਆ। ਔਰ ਪ੍ਰਭੂ ਦਾ ਵਚਨ ਕਹਿੰਦਾ ਮੈਂ ਬੁੱਧ ਮਨਾਂ ਦੀ ਬੁੱਧ ਨੂੰ ਕੀ ਕਰਾਂਗਾ? ਨਾਸ਼ ਕਰਾਂਗਾ ਤੇ ਬੱਚਿਆਂ ਦੇ ਉੱਤੇ ਆਪਣੇ ਆਪ ਨੂੰ ਕੀ ਕਰਾਂਗਾ? ਪ੍ਰਗਟ ਕਰਾਂਗਾ। ਹਾਲੇਲੂਇਆ। ਯਾਦ ਰੱਖੋ ਅੱਜ ਵਿਰਲੇ ਹੋਣਗੇ ਜਿਹੜੇ ਉਸ ਭੀੜੇ ਬੁੱਗੇ ਦੇ ਵਿੱਚੋਂ ਕੀ ਕਰ ਜਾਣਗੇ? ਵੜ ਤੇ ਖੁੱਲੇ ਰਸਤੇ ਖਾਣੀ ਬਹੁਤ ਸਾਰੇ। ਆਮੀਨ। ਯਿਸੂ ਮਸੀਹ ਕਹਿੰਦਾ ਭੀੜੇ ਬੁੱਗੇ ਤੋਂ ਵੜਨ ਦਾ ਕੀ ਕਰੋ? ਯਤਨ। ਉਹ ਕੀ ਆ? ਖੁਦਾ ਦਾ ਜਿੰਦਾ ਵਚਨ ਹੈ। ਪਹਿਲੇ ਉੱਥੇ ਲਿਸ਼ਕ ਵਾਲੀ ਕੰਡੇ ਵਾਲੀ ਤਾਰ ਨਹੀਂ ਸੀ ਆਦਮ ਤੇ ਹਵਾ ਦੇ ਵਿੱਚ, ਉਸ ਆਦਮ ਦੇ ਬਾਗ ਦੇ ਵਿੱਚ, ਪਰ ਉਸ ਤੋਂ ਬਾਅਦ ਪਰਮੇਸ਼ਰ ਨੂੰ ਉਹ ਕਰਨੀ ਪਈ। ਹਾਲੇਲੂਇਆ। ਕਿਉਂ? ਕਿਉਂਕਿ ਆਦਮ ਤੇ ਹਵਾ ਪਰਮੇਸ਼ਰ ਦੇ ਵਚਨ ਤੋਂ ਨਿਕਲ ਕੇ ਬਾਹਰ ਨਿਕਲ ਗਏ। ਸਾਡੇ ਯੁੱਗ ਦੇ ਨਬੀ ਨੇ ਕਿਹਾ ਹਵਾ ਜਿਹੜੀ ਸੀਗੀ ਕਹਿੰਦਾ ਉਹ ਆਦਮ ਨੂੰ ਛੱਡ ਕੇ, ਪਰਮੇਸ਼ਰ ਦੇ ਵਚਨ ਨੂੰ ਛੱਡ ਕੇ ਤੇ ਕਹਿੰਦਾ ਟਹਿਲਣ ਦੇ ਲਈ ਬਾਹਰ ਚਲੀ ਗਈ ਸੀ। ਕਹਿੰਦਾ ਪਹਿਲੇ ਉਹ ਆਦਮ ਦੇ ਨਾਲ ਰਹਿੰਦੀ ਹੁੰਦੀ ਸੀ ਪਰ ਇੱਕ ਦਿਨ ਉਹ ਇਕੱਲੀ ਚਲੀ ਗਈ ਸੀ। ਉਸਨੇ ਆਪਣੇ ਆਦਮੀ ਨੂੰ ਛੱਡਤਾ ਤੇ ਪਰਮੇਸ਼ਰ ਨੂੰ ਛੱਡਤਾ। ਹਾਲੇਲੂਇਆ। ਉਸ ਆਦਮ ਦੇ ਬਾਗ ਦੇ ਵਿਚਕਾਰੋਂ ਕਹਿੰਦਾ ਬਾਹਰ ਚਲੇ ਗਈ, ਇਸੇ ਕਰਕੇ ਉਸ ਦਾ ਮੇਲ ਕਿਸੇ ਹੋਰ ਨਾਲ ਹੋ ਗਿਆ। ਹਾਲੇਲੂਇਆ। ਅੱਜ ਵੀ ਪਰਮੇਸ਼ਰ ਦੀ ਕਲੀਸਿਆ ਜਦੋਂ ਉਹ ਪਰਮੇਸ਼ਰ ਦੇ ਵਚਨ ਨੂੰ ਛੱਡ ਕੇ, ਪਰਮੇਸ਼ਰ ਦੇ ਵਚਨ ਦੀ ਚਾਰ ਦੀਵਾਰੀ ਨੂੰ ਛੱਡ ਕੇ ਜਦੋਂ ਬਾਹਰ ਚਲੇ ਜਾਂਦੀ ਹੈ ਤਾਂ ਯਾਦ ਰੱਖੋ ਉਸ ਦਾ ਮੇਲ ਸੰਸਾਰ ਦੇ ਨਾਲ ਹੋ ਜਾਂਦਾ। ਔਰ ਸੰਸਾਰ ਇੱਕ ਸਮੁੰਦਰ ਹੈ। ਫਿਰ ਉਹ ਡੁੱਬਣਾ ਸ਼ੁਰੂ ਕਰ ਦਿੰਦੀ ਹੈ ਕਲੀਸਿਆ। ਉਹ ਲੋਕ ਪੈਰ ਘਾਟ ਡੁੱਬਣਾ ਸ਼ੁਰੂ ਕਰ ਦਿੰਦੇ ਨੇ। ਫਿਰ ਉਹਨਾਂ ਦਾ ਧਿਆਨ ਕਿਧਰ ਹੁੰਦਾ ਹੈ? ਨਹਿਰਾਂ ਵੱਲ ਹੁੰਦਾ ਹੈ। ਯਿਸੂ ਵੱਲ ਕੀ ਕਰਦੇ ਰਹਿਣਾ ਦੇਖ ਕੇ, ਜਿਵੇਂ ਪਤਰਸ ਠੀਕ ਪ੍ਰਭੂ ਯਿਸੂ ਮਸੀਹ ਉਸ ਬੇੜੀ ਉੱਤੇ ਸੀ ਔਰ ਜਿੰਨਾ ਚਿਰ ਉਹ ਯਿਸੂ ਮਸੀਹ ਵੱਲ ਤੱਕਦਾ ਰਿਹਾ ਪ੍ਰਭੂ ਦਾ ਵਚਨ ਕਹਿ ਰਿਹਾ ਸੀ ਔਰ ਪ੍ਰਭੂ ਨੇ ਇਸ਼ਾਰਾ ਕੀਤਾ ਹੈ ਪਤਰਸ ਆ ਜਾ। ਕਹਿੰਦਾ ਪ੍ਰਭੂ ਮੈਂ ਵੀ ਪਾਣੀ ਉੱਤੇ ਤੁਰਨਾ ਚਾਹੁੰਦਾ ਹਾਂ। ਅੱਜ ਅਸੀਂ ਸਾਰੇ ਦੇ ਸਾਰੇ ਇਸ ਪਾਣੀ ਉੱਤੇ ਤੁਰਨਾ ਚਾਹੁੰਦੇ ਹਾਂ ਕਿਉਂਕਿ ਪਾਣੀ ਇਸ ਸਮੁੰਦਰ ਕੀ ਆ? ਇੱਕ ਸੰਸਾਰ ਹੈ। ਹਾਲੇਲੂਇਆ। ਵਚਨ ਦੇ ਵਿੱਚ ਲਿਖਿਆ ਯਿਸੂ ਮਸੀਹ ਨੇ ਜਾਲ ਮਾਰਿਆ ਸਮੁੰਦਰ ਦੇ ਉੱਤੇ, ਯਾਨੀ ਕਿ ਧਰਤੀ ਉੱਤੇ। ਲਿਖਿਆ ਡੱਡ ਆਕਾਸ਼ ਮਾਚ ਸਭ ਕੁਝ ਸਮੇਟ ਕੇ ਲੈ ਕੇ ਆਇਆ, ਪਰ ਵਧੀਆ ਵਧੀਆ ਮਛਲੀਆਂ ਉਸਨੇ ਸਾਈਡ ਤੇ ਕਰ ਦਿੱਤੀਆਂ ਇੱਕ ਵਧੀਆ ਬਰਤਨ ਦੇ ਵਿੱਚ ਤੇ ਬਾਕੀ ਡੱਡ ਆਕਾਸ਼ ਮਾਚ ਫੇਰ ਸਮੁੰਦਰ ਦੇ ਵਿੱਚ ਛੱਡ ਦਿੱਤੇ। ਹਾਲੇਲੂਇਆ। ਹਾਲੇਲੂਇਆ। ਯਾਦ ਰੱਖੋ ਜਦੋਂ ਤੱਕ ਪਤਰਸ ਯਿਸੂ ਮਸੀਹ ਵੱਲ ਤੱਕਦਾ ਰਿਹਾ ਤਦ ਤੱਕ ਉਹ ਪਾਣੀ ਦੇ ਉੱਤੇ ਕੀ ਕਰਦਾ ਰਿਹਾ? ਤੁਰਦਾ
ਪਰ ਜਦੋਂ ਉਸਨੇ ਪਾਣੀ ਦੀਆਂ ਲਹਿਰਾਂ ਵੱਲ ਝਾਤੀ ਮਾਰੀ ਤਾਂ ਯਾਦ ਰੱਖੋ ਉਹਨੇ ਕੀ ਕਰਦਾ, ਡੁੱਬਣਾ ਪਾਣੀ ਉਹਦੇ ਗਲ ਤੱਕ ਆ ਗਿਆ। ਫਿਰ ਵੀ ਪਰ ਯਿਸੂ ਮਸੀਹ ਨੇ ਹੱਥ ਵਧਾ ਕੇ ਉਸਨੂੰ ਕਰ ਦਿੱਤਾ। ਹਾਲੇਲੂਇਆ, ਹਾਲੇਲੂਇਆ। ਯਿਸੂ ਵੱਲ ਕੀ ਕਰਨਾ ਬਈ? ਦੇਖਣਾ, ਤੱਕਣਾ। ਇਹ ਕੀ ਆ? ਬੜਾ ਜ਼ਰੂਰੀ ਹੈ। ਪੜ੍ਹੀਏ। आदे यहोवा ने आख्या, परमेश्वर ने आख्या कि मेरा आत्मा आदमी विरुद्ध सदा तक जोर नहीं मारेगा। हाँ जी पढ़िए। क्योंकि वो शरीरी है। वो शरीरी आ। सो ओदे दिन 120 वरियां दे होणगे। याद रखो किथे आदम दी उम्र जेडी 900 साल हुंदी सी। लिखा आदम जेड़ा सी पहला आदम 900 साल दा की हो गया। हालेलुया। पूरा हो गया 900 कितनी साल दी होई? 920 साल। डिटेल के अंदर असं थोड़ा कमजोर हाँ। हालेलुया। पर प्रभु का वचन कह रहा है कि 930 साल या 20 साल की ओदी एज हो के तो धरती जो की कर गया चलिया गया। हालेलुया। प्रभु तुहानू बहुत सारी आशीष दे। असी ये गल कहना चाहते हैं कि उसकी उम्र किसने घटाई? उसके पाप। हालेलुया। जिवें जिवें इंसान के जीवन के अंदर पाप बढ़ता चला जाता, उसका ध्यान जिहड़ा पाप वाल, शरीरिक गल्लां वाल और संसार वाल चला जाता, उसकी उम्र जिहड़ी हो घटदी। इत्थे हुण कितनी दसन ले रही? 120। ते फिर असीं जबूर 90 नूं पढ़ लईए तो उत्थे लिखा वध तो वध इंसान की उम्र 70 ਜਾਂ 80 बरस। हालेलुया। होर घट गई। ते मैनूं नहीं लगदा कि भावें किते होर ना गल होवे भी आ जिहड़े लौदीके काल दे विच किते 50 साल दी उम्र च किते मेरे वर्गा किते गांह जाए। हालेलुया। को 45 साल ਦਾ, ਕੋਈ 40 45 ਸਾਲ ਦਾ ਮਨੁੱਖ ਕਦੇ ਗਾਂਹ ਜਾਂਦਾ ਰਹੇ। ਅੱਜ ਤੁਹਾਨੂੰ ਪਤਾ ਹੈ ਕਿ ਕਿਸੇ ਲਈ ਵੀ ਕੋਈ ਉਹ ਜ਼ਿੰਦਗੀ ਦੇ ਬਾਰੇ ਤੁਸੀਂ ਕੁਝ ਨਹੀਂ ਕਹਿ ਸਕਦੇ। ਕਿਸੇ ਨੂੰ ਅਟੈਕ ਹੋ ਜਾਂਦਾ ਹੈ। ਸਾਡਾ ਯੁੱਗ ਦਾ ਨਬੀ ਯਿਸੂ ਵੱਲ ਦੇਖਣਾ, ਉਸ ਦੇ ਸੰਦੇਸ਼ ਦੇ ਅੰਦਰ ਕਹਿ ਰਿਹਾ ਸੀ, ਕਹਿੰਦਾ ਇੱਕ ਭੈਣ ਕੈਂਸਰ ਦੇ ਨਾਲ ਬਿਮਾਰ ਸੀ और कहता उसको कैंसर सी और उसने बिली को बुलाया और ब्रदर ने कहा कि मैं चाहते हैं कि तू मेरे लिए प्रार्थना करें, पर फिर भी वो कहती है कि मैं ऐसे जोग नहीं है कि बिली तू मेरे घर दे विच आ सके, मैं एक पापन औरत हां। पर ब्रदर ने कहा कोई गल नहीं, मैं तेरे लिए करता हां, प्रार्थना करता। पर जब उसने प्रार्थना की उसके लिए तो उस तो पहले प्रार्थना करने तो पहले उसने यही गल कर रहा सी कि भैन कोई गल नहीं, बेशक तेनू कैंसर हो गया तेरे जीवन के अंदर, पर तू तौबा कर ते बपतिस्मा लै ते अपना अगाह जीवन की करना तू सवार लै। पर अजे उसने ये नहीं कहा कि तू चंगी हो जाएगी। हालेलुया। पर खुदा ने उसको दर्शन दिखाया कि वो कैंसर तो की हो गई चंगी, पर कैंसर तो चंगी हो गई पर दिल के दौरे के नाल मर गई। हालेलुया। दिल का दौरा तो यीशु मसीह ने चंगा किया। असी कई बार की करते हाँ, अपना ध्यान जिहड़ा यीशु मसीह वालों हटा के बीमारियां वाला अपना ध्यान लगाना शुरू करते हैं। पर नबी ने कहा इनका ध्यान बीमारियां वाला अपना करते हैं, जे किते हम यीशु मसीह वाल देखिए तो फिर असं की करांगे? जीवांगे। हालेलुया। दानियल की किताब अंदर देखिया ना मैं, मौत 7 गुना पट्टी दे विच है पर उनका ध्यान यीशु मसीह वाल। हालेलुया। तो फिर वो की कहते जीवे। परमेश्वर ने उनका वाल तक भी एक झूठन दिता। जे तुहाडा ध्यान परमेश्वर वाल होवेगा तो कोई भी बीमारी तुहानू नहीं जान सकती। मैं समझदा हाँ एक बीमारी तो भैन छुटकारा मिलिया, पर जे दे दौरे नाल की होगी उसकी मौत। आज फिर प्रभु बचाउंदा है, परमेश्वर आकाश को देखता है, तुसी की कर रहे हो। देखा उन्होंने आपको अपनी मर्जी की। पढ़िए। उन्हीं दिनां धरती ते दैन सन, उन्हां दिनां दे विच बड़े बड़े वड्डे दैन सन। आदे ओदे मुगरा भी जद परमेश्वर के पुत्र आदमी दियां धीआं कोल आए और उन्हां लई पुत्र जणे तां ए सूरबी होए जेड़े मुंडो नामी सन। ए यहोवा ने वेखिया कि आदमी की बुराई धरती ते वध गई। आदमी की बुराई जेड़ी धरती ते बड़ी वधदी चली जा रही है, उसका ध्यान मेरे तो चुकाउंदा जा रहा और वो मेरे वाल तकन नहीं दे रहे, वो बुराइयां वाल तकी जा रहे, पाप करी जा रहे और पाप दे विच वधी जा रहे और परमेश्वर आकाश तो देख रहा सी। हालेलुया। हालेलुया। पढ़िए।
ਔਰ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਰਹਿੰਦੀ ਹੈ। ਅੱਜ ਵੀ ਆਦਮ ਦੇ ਮਨ ਦੀ ਭਾਵਨਾ ਸਾਰਾ ਦਿਨ ਬੁਰੀ ਰਹਿੰਦੀ ਹੈ। ਤੁਸੀਂ ਸੜਕਾਂ ਤੇ ਜਾ ਕੇ ਦੇਖ ਲਓ ਔਰ ਯਾਦ ਰੱਖੋ, ਗਲੀਆਂ ਦੇ ਵਿੱਚ ਚਲੇ ਜਾਓ, ਮੁਹੱਲਿਆਂ ਦੇ ਅੰਦਰ ਚਲੇ ਜਾਓ, ਗਲੀਆਂ ਦੇ ਪੋਸਟਰਾਂ ਦੇ ਵੱਲ ਝਾਤੀ ਮਾਰ ਲਵੋ ਔਰ ਯਾਦ ਰੱਖੋ ਮਨੁੱਖਾਂ ਦੇ ਵਿਚਾਰਾਂ ਦੇ ਵੱਲ ਤੁਸੀਂ ਆਪ ਝਾਤੀ ਮਾਰ ਲਵੋ, ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਦੇ ਮਨਾਂ ਦੇ ਦਿਲਾਂ ਦੇ ਭਾਵਨਾਵਾਂ ਜਿਹੜੀਆਂ ਨੇ ਉਹ ਬੁਰੀਆਂ ਨਜ਼ਰ ਆਉਂਦੀਆਂ ਨੇ। ਪੜ੍ਹੀਏ। ਤਾਂ ਯਹੋਵਾ ਨੂੰ ਆਦਮੀ ਦੇ ਧਰਤੀ ਤੇ ਬਣਾਉਣ ਤੋਂ ਨਿਰਾਸ਼ ਹੋਇਆ। ਉਹ ਯਿਸੂ ਮਸੀਹ ਗੁੱਸਾ ਹੋਇਆ ਆਦਮੀ ਨੂੰ ਬਣਾਉਣ ਦੇ ਉੱਤੇ। ਕਿਉਂ? ਕਿਉਂਕਿ ਉਸ ਦਾ ਧਿਆਨ ਜਿਹੜਾ ਸੀ ਮਨੁੱਖਾਂ ਦਾ ਪਰਮੇਸ਼ਰ ਦੇ ਉੱਤੇ ਯਹੋਵਾ ਪਰਮੇਸ਼ਰ ਤੋਂ ਚੁੱਕ ਹੋ ਗਿਆ। ਇਸੇ ਕਰਕੇ ਪਰਮੇਸ਼ਰ ਦਾ ਗੁੱਸਾ ਜਿਹੜਾ ਸੀ ਉਹ ਮਨੁੱਖਾਂ ਨੂੰ ਬਣਾਉਣ ਦੇ ਉੱਤੇ ਕੀ ਹੋਇਆ? ਨਾਰਾਜ਼ ਹੋਇਆ, ਗੁੱਸਾ ਆਇਆ ਉਸ ਨੂੰ। ਮੈਂ ਇਹਨਾਂ ਮਨੁੱਖਾਂ ਨੂੰ ਬਣਾਇਆ ਹੀ ਕਿਉਂ? ਮੈਂ ਇਸ ਅੰਸ਼ ਨੂੰ ਬਣਾਇਆ ਹੀ ਕਿਉਂ? ਮੈਂ ਮਨੁੱਖ ਨੂੰ ਬਣਾਇਆ ਕਿਉਂ? ਕਿਉਂਕਿ ਮੈਂ ਤੇ ਬਣਾਇਆ ਸੀ ਕੋਈ ਯਹੋਵਾ ਵੱਲ ਤੱਕਦੇ ਰਹਿਣ। ਹਾਲੇਲੂਇਆ, ਹਾਲੇਲੂਇਆ। ਜਿਹਨੇ ਲੋਕ ਪਰਮੇਸ਼ਰ ਵੱਲ ਤੱਕਣਗੇ ਉਹ ਪਰਮੇਸ਼ਰ ਦੇ ਕੀ ਕਹਾਉਣਗੇ? ਅੰਸ਼ ਕਹਿਲਾਉਣਗੇ। ਅਤੇ ਉਹ ਕੀ ਹੋਣਗੇ ਬਈ? ਬਲਵਾਨ ਹੋਣਗੇ। ਪ੍ਰਭੂ ਬਰਕਤ ਦੇ। ਪੜੀਏ। ਅਤੇ ਉਹ ਮਨ ਵਿੱਚ ਦੁਖੀ ਹੋਇਆ। ਅਤੇ ਉਹ ਮਨ ਦੇ ਵਿੱਚ ਪਰਮੇਸ਼ਰ ਦੁਖੀ ਹੋਇਆ। ਅੱਜ ਵੀ ਪਰਮੇਸ਼ਰ ਜਦੋਂ ਤੁਸੀਂ ਹਾਲੇਲੂਇਆ ਯਾਦ ਰੱਖੋ ਜਿਰਮੀਆ ਦੀ ਕਿਤਾਬ ਦੇ 17ਵੇਂ ਅਧਿਆਇ ਦੇ ਅੰਦਰ ਜਾਂਦੇ ਹੋ ਤਾਂ ਪਰਮੇਸ਼ਰ ਦਾ ਵਚਨ ਕਹਿ ਰਿਹਾ, ਜੇ ਕਦੇ ਤੁਸੀਂ ਮੇਰਾ ਵਚਨ ਨਹੀਂ ਸੁਣੋਗੇ ਤਾਂ ਮੇਰਾ ਆਤਮਾ ਤੁਹਾਡੇ ਕਰਕੇ ਪਰਦੇ ਦੇ ਅੰਦਰ ਕੀ ਕਰੇਗਾ ਬਈ? ਰੋਵੇਗਾ। ਹਾਲੇਲੂਇਆ, ਹਾਲੇਲੂਇਆ। ਅੱਜ ਵੀ ਜਦੋਂ ਤੁਸੀਂ ਪਰਮੇਸ਼ਰ ਦੇ ਵਚਨ ਵੱਲ ਨਹੀਂ ਦੇਖਦੇ, ਪਰਮੇਸ਼ਰ ਵੱਲ ਨਹੀਂ ਦੇਖਦੇ, ਉਸ ਕਰੂਸ ਵੱਲ ਨਹੀਂ ਦੇਖਦੇ, ਪਰਮੇਸ਼ਰ ਦੇ ਵਚਨ ਨੂੰ ਨਹੀਂ ਦੇਖਦੇ ਤੇ ਪਰਮੇਸ਼ਰ ਨੂੰ ਕੀ ਕਰਦੇ ਹੋ? ਤੁਸੀਂ ਰਵਾਉਂਦੇ ਹੋ। ਹਾਲੇਲੂਇਆ। ਬਾਰ-ਬਾਰ ਜਦੋਂ ਤੁਸੀਂ ਪਾਪ ਕਰਦੇ ਹੋ, ਯਿਸੂ ਮਸੀਹ ਨੂੰ ਬਾਰ-ਬਾਰ ਤੁਸੀਂ ਕੀ ਕਰਦੇ ਹੋ? ਸਲੀਬ ਦੇ ਉੱਤੇ ਚੜਾਉਂਦੇ ਹੋ। ਹਾਲੇਲੂਇਆ। ਪਰ ਇਹ ਗੱਲ ਕੀ ਹੈ ਕਿ ਸ਼ਰਮਨਾਕ ਹੈ। ਹਾਲੇਲੂਇਆ। ਮੈਂ ਸਮਝਦਾ ਹਾਂ ਕਿ ਇਹ ਸ਼ਰਮਨਾਕ ਗੱਲ ਆ ਜਦੋਂ ਮਨੁੱਖ ਬਾਰ-ਬਾਰ ਪਾਪ ਕਰਕੇ ਪਰਮੇਸ਼ਰ ਨੂੰ ਕੀ ਬਣਾਉਂਦੇ ਨੇ? ਸਲੀਬ ਦੇ ਉੱਤੇ ਚੜਾਉਂਦੇ। ਸਾਨੂੰ ਹਮੇਸ਼ਾ ਹੀ ਸਿਆਣੇ ਬਣਨਾ ਚਾਹੀਦਾ ਹੈ। ਪ੍ਰਭੂ ਦਾ ਵਚਨ ਕਹਿੰਦਾ ਸਿਆਣਾ ਦੇਖਭਾਲ ਕੇ ਚੱਲਦਾ ਹੈ। ਆਮੀਨ, ਹਾਲੇਲੂਇਆ। ਤਾਂ ਨਰੂਦਾ ਗਾਂ ਜਾ ਕੇ ਕੀ ਕਰ ਜਾਂਦਾ ਹੈ? ਫਸ ਜਾਂਦਾ ਹੈ। ਸਾਨੂੰ ਇਹਨਾਂ ਗੱਲਾਂ ਦਾ ਕੀ ਰੱਖਣਾ ਪਵੇਗਾ? ਧਿਆਨ ਰੱਖਣਾ ਪਵੇਗਾ। ਯਿਸੂ ਵੱਲ ਕੀ ਕਰਨਾ ਪਵੇਗਾ? ਦੇਖਣਾ ਪਵੇਗਾ। ਪੜ੍ਹੀਏ। ਤਦ ਯਹੋਵਾ ਨੇ ਆਖਿਆ, ਸ੍ਰਿਸ਼ਟੀਕਰਤਾ ਪਰਮੇਸ਼ਰ ਨੇ ਆਖਿਆ, ਮੈਂ ਆਦਮੀ ਜਿਹਨੂੰ ਮੈਂ ਉਤਪਤ ਕੀਤਾ, ਮੈਂ ਉਸ ਨੂੰ ਬਣਾਇਆ। ਹਾਂ, ਆਦਮੀ ਨੂੰ, ਜੰਗਲ ਨੂੰ, ਕਿਸਮ ਵਾਲੇ ਨੂੰ ਔਰ ਆਕਾਸ਼ ਦੇ ਪੰਛੀ ਨੂੰ ਵੀ ਜ਼ਮੀਨ ਦੇ ਉੱਤੋਂ ਮਿਟਾ ਦਿਆਂਗਾ। ਜ਼ਮੀਨ ਦੇ ਉੱਤੋਂ ਕੀ ਕਰ ਦਾਂਗਾ? ਮਿਟਾ। ਕੀ ਅੱਜ ਉਹ ਨਹੀਂ ਮਿਟਾ ਰਿਹਾ? ਹਾਲੇਲੂਇਆ। ਇੱਕ ਮਰੀ ਤੇ ਮਰੀ ਆਵੇਗੀ। ਹਾਲੇਲੂਇਆ। ਲਾਸਟ ਲਿਖਿਆ ਯਹੋਵਾ ਦਾ ਅੰਤ ਦੇਖੋ, ਮਰੀ ਤੇ ਮਰੀ ਆਵੇਗੀ। ਤੇ ਫਿਰ ਲੋਕ ਕੀ ਕਹਿਣਗੇ? ਯਹੋਵਾ ਦਾ ਭਵਨ ਠੀਕ ਨਹੀਂ। ਹਾਲੇਲੂਇਆ। ਯਹੋਵਾ ਦਾ ਭਵਨ ਠੀਕ ਨਹੀਂ। ਪਰ ਪਰਮੇਸ਼ਰ ਦਾ ਵਚਨ ਕਹਿੰਦਾ ਭਵਨ ਨਹੀਂ, ਤੁਸੀਂ ਠੀਕ ਨਹੀਂ। ਹਾਲੇਲੂਇਆ, ਹਾਲੇਲੂਇਆ। ਯਾਦ ਰੱਖੋ ਕਿਉਂਕਿ ਪਾਪ ਭਵਨ ਦੇ ਅੰਦਰ ਹੈ। ਆਮੀਨ। ਪਾਪ ਤੁਹਾਡੇ ਸਰੀਰਾਂ ਦੇ ਅੰਦਰ ਹੈ। ਤੁਸੀਂ ਆਪਣੇ ਦਿਲਾਂ ਨੂੰ ਕੀ ਕਰ ਲਿਆ ਹੈ? ਪੱਥਰ ਵਾਲੇ ਘਰ ਲਿਆ ਹੈ। ਪਰ ਯਿਸੂ ਮਸੀਹ ਕਹਿੰਦਾ ਮੈਂ ਤੁਹਾਨੂੰ ਪੱਥਰ ਵਾਲੇ ਦਿਲ ਤੋਂ ਮਾਸ ਵਾਲਾ ਹਿਰਦਾ ਦਿੰਦਾ ਹਾਂ, ਜਿਸ ਦੇ ਵਿੱਚ ਵੀ ਜਾਂਦਾ ਹੈ ਖੁਦਾ ਦਾ ਵਚਨ। ਹਾਲੇਲੂਇਆ, ਹਾਲੇਲੂਇਆ। ਤਾਂ ਕਿ ਤੁਸੀਂ ਯਹੋਵਾ ਪਰਮੇਸ਼ਰ ਵੱਲ ਕੀ ਕਰ ਸਕੋ, ਪਰਮੇਸ਼ਰ ਵੱਲ ਦੇਖ ਸਕੋ। ਅੱਜ ਸਾਨੂੰ ਹਮੇਸ਼ਾ ਹੀ ਪਰਮੇਸ਼ਰ ਦੇ ਵੱਲ ਕੀ ਕਰਨਾ ਚਾਹੀਦਾ? ਦੇਖਦੇ ਰਹਿਣਾ ਚਾਹੀਦਾ। ਪੜ੍ਹੀਏ। ਕਿਉਂ ਜੋ ਮੈਨੂੰ